ਤੇ ਕਿਸਾਨ ਅੰਦੋਲਨ ਦੌਰਾਨ ਆ ਰਹੇ ਐਨਆਈਏ ਦੇ ਨੋਟਿਸਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ। ਕਿਸਾਨ ਲੀਡਰਾਂ ਤੇ ਖਾਲਸਾ ਏਡ ਸਣੇ ਕਈ ਲੋਕਾਂ ਨੂੰ ਐਨਆਈਏ ਨੇ ਤਲਬ ਕੀਤਾ ਹੈ। ਕਿਸਾਨ ਲੀਡਰ ਇਸ ਨੂੰ ਸਰਕਾਰ ਦੀ ਚਾਲ ਦੱਸ ਰਹੇ ਨੇ ਤਾਂ ਵਿਰੋਧੀ ਸਰਕਾਰ ਤੇ ਏਜੰਸੀਆਂ ਦੀ ਦੁਰਵਰਤੋਂ ਦੇ ਇਲਜ਼ਾਮ ਲਾ ਰਹੇ ਨੇ। किसान अंदोलन दे विचाले नैशनल इन्वेस्टिगेशन एजेंसी यानी NIA एक्शन दे विच नजर आ रही है। NIA दे वल्लों किसान लीडरां ते होर लोकां नूं नोटिस भेजे जा रहे ने, जिस ते विवाद खड़ा हो गया है। सरकार दी मंशा ते सवाल चुके जा रहे ने। किसान लीडरां, खालसा एड अदाकार ते पत्रकारां दे समेत दर्जनां लोकां नूं NIA दे वल्लों तलब कीता गया है। इन्हां नोटिसां ते किसान लीडरां ने कहा कि इह सरकार दी साजिश है, सरकार किसानां नूं डराउणा चाहुंदी है। किसानों का आंदोलन उनसे कमजोर नहीं हो पा रहा, तो आज ये बात होगी कि जो इसमें लंगर लगाएगा उसको NIA के नोटिस, जो ट्रांसपोर्ट गाड़ी से यहाँ किसानों को लेके आएगा छोड़ के जाएगा उसको NIA के नोटिस। तो सरकार इतनी कमजोर दुर्बल काम से होगी। वकील ते अदाकार दीप सिद्धू नूं भी NIA ने नोटिस जारी करके तलब कीता है, पर दीप सिद्धू ने फिलहाल NIA दे अगे पेश होण तो ना कर दित्ती है। 17 ਤਰੀਕ ਨੂੰ ਇੱਕ ਸਮਾਂ ਦਿੱਤਾ ਗਿਆ, ਉਸ ਸਮੇਂ ਪੇਸ਼ ਹੋਣ ਲਈ ਕਿਹਾ ਗਿਆ ਹੈਗਾ। ਕੀ ਤੁਸੀਂ ਉਸ ਸਮੇਂ ਪੇਸ਼ ਹੋ ਰਹੇ ਹੋ NIA ਦੇ ਸਾਹਮਣੇ? नहीं जी, नहीं पेश हो रहा जी। ਕਾਂਗਰਸ ਸੰਸਦ ਰਵਨੀਤ ਬਿੱਟੂ ਨੇ NIA ਦੀ ਕਾਰਵਾਈ ਤੇ ਸਵਾਲ ਚੁੱਕੇ ਨੇ। ਬਿੱਟੂ ਨੇ ਕਿਹਾ ਕਿ ਇਹ ਏਜੰਸੀ ਅੱਤਵਾਦ ਅਤੇ ਵੱਡੇ ਡਰੱਗ ਸਮਗਲਰਾਂ ਨੂੰ ਹੈਂਡਲ ਕਰਨ ਦੇ ਲਈ ਵਰਤੀ ਜਾਂਦੀ ਸੀ, ਪਰ ਹੁਣ ਇਸ ਦੀ ਵਰਤੋਂ ਆਮ ਕਿਸਾਨਾਂ ਦੇ ਖਿਲਾਫ ਸਰਕਾਰ ਕਰ ਰਹੀ ਹੈ। ਬਿੱਟੂ ਨੇ ਕਿਹਾ ਕਿ ਜਦੋਂ ਸਿਆਸੀ ਆਗੂ ਡਰਦੇ ਨੇ ਤਾਂ ਖਾਕੀ ਨੂੰ ਅੱਗੇ ਕਰਦੇ ਨੇ। ਇਹ ਗੱਲ ਕੇਂਦਰ ਸਰਕਾਰ ਨੇ ਸਾਬਤ ਕਰ ਦਿੱਤੀ ਹੈ। ਇਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਕਿ ਟੈਰਰਿਸਟਾਂ ਦੇ ਖਿਲਾਫ, ਬਹੁਤ ਵੱਡੇ ਮਾਫੀਆ ਦੇ ਖਿਲਾਫ, ਬਹੁਤ ਵੱਡੇ ਡਰੱਗ ਨੈਕਸਸ ਦੇ ਖਿਲਾਫ ਯੂਜ਼ ਕੀਤੀ ਜਾਂਦੀ ਆ, ਉਹਨੂੰ ਇੱਕ ਕਿਸਾਨਾਂ ਦੇ ਖਿਲਾਫ ਉਹ ਸ਼ਰਮ ਨਹੀਂ ਆਏਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ NIA ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਹੈ। ਸੁਖਬੀਰ ਨੇ ਇਲਜ਼ਾਮ ਲਾਇਆ ਕਿ ਸਰਕਾਰ ਕਿਸਾਨੀ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਕਿ ਨੋਟਿਸ ਦੇ ਕੇ ਜਾਂ ਫਿਰ ਡਰਾ ਕੇ, ਜਾਂ ਜਿਹੜੇ ਲੋਕ 50 60 ਦਿਨ ਹੋ ਗਏ ਠੰਡ ਦੇ ਵਿੱਚ ਬੈਠੇ, ਤੁਸੀਂ ਕਹਿੰਦਾ ਉਹ ਨੋਟਿਸਾਂ ਦਾ ਪ੍ਰਵਾਹ ਕਰਨਗੇ? ਉਹ ਮੈਨੂੰ ਲੱਗਦਾ ਗਲਤਫਹਿਮੀ ਚ ਸੈਂਟਰ ਦੀ ਸਰਕਾਰ। ਇਸ ਵਿਚਾਲੇ NIA ਦੇ ਨੋਟਿਸਾਂ ਨੂੰ ਲੈ ਕੇ BJP ਸਫਾਈ ਦਿੰਦੀ ਨਜ਼ਰ ਆ ਰਹੀ ਹੈ। BJP ਲੀਡਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਕੁਝ ਗਲਤ ਕੀਤਾ ਹੀ ਨਹੀਂ ਤਾਂ ਫਿਰ ਉਹਨਾਂ ਨੂੰ ਡਰਨ ਦੀ ਕੀ ਲੋੜ ਹੈ। ਜੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੇ, ਜੇ ਕੋਈ ਉਹ ਗਲਤ ਕੰਮ ਨਹੀਂ ਕਰ ਰਹੇ, ਉਹ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੇ, ਫਿਰ ਡਰ ਕਿਸ ਗੱਲ ਦਾ ਉਹਨਾਂ? ਕੁੱਲ ਮਿਲਾ ਕੇ ਕਿਸਾਨ ਅੰਦੋਲਨ ਦੇ ਵਿਚਾਲੇ ਆ ਰਹੇ NIA ਦੇ ਨੋਟਿਸਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ। ਕਿਸਾਨ ਤੇ ਵਿਰੋਧੀ ਧਿਰਾਂ ਸਰਕਾਰ ਤੇ ਏਜੰਸੀ ਦੀ ਦੁਰਵਰਤੋਂ ਦੇ ਇਲਜ਼ਾਮ ਲਾ ਰਹੀਆਂ ਨੇ, ਜਦਕਿ ਸਰਕਾਰ ਦਾ ਪੱਖ ਇਹ ਹੈ ਕਿ ਇਸ ਕਾਰਵਾਈ ਨੂੰ ਕਿਸਾਨ ਅੰਦੋਲਨ ਦੇ ਨਾਲ ਜੋੜਨਾ ਠੀਕ ਨਹੀਂ ਹੈ। ਬਿਊਰੋ ਰਿਪੋਰਟ, ਨਿਊਜ਼ 18। ਤੇ ਉਧਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਵੀ NIA ਦੀ ਕਾਰਵਾਈ ਤੇ ਸਵਾਲ ਖੜੇ ਕੀਤੇ ਨੇ। NIA ਵੱਲੋਂ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਸਤਿਕਾਰਯੋਗ ਦੋਸਤਾਂ ਨੂੰ ਨੋਟਿਸ ਭੇਜਣੇ ਦੇਸ਼ ਦੇ ਅੰਦਰ ਡੈਮੋਕ੍ਰੇਸੀ ਦਾ ਕਤਲ ਕਰਨ ਵਾਲੀ ਗੱਲ ਹੈਗੀ ਆ। ਇਹ NIA ਨਹੀਂ, ਇਹਦਾ ਨਾਮ ਅਸਲ ਦੇ ਵਿੱਚ MIA ਆ। NIA ਦੀ ਜਗ੍ਹਾ MIA ਮੋਦੀ ਇਨਵੈਸਟੀਗੇਸ਼ਨ ਏਜੰਸੀ, ਇਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਾਲਾ ਕੰਮ ਨਹੀਂ ਕਰ ਰਹੀ। ਇਹ ਮੋਦੀ ਦੀ ਹੱਥ ਠੋਕਾ ਬਣ ਕੇ ਲੋਕਾਂ ਨੂੰ ਭੈਭੀਤ ਕਰਨ ਵਾਸਤੇ, ਡਰਾਉਣ ਵਾਸਤੇ ਨੋਟਿਸ ਜਾਰੀ ਕੀਤੇ ਜਾ ਰਹੇ। ਤੇ ਉਧਰ ਗਣਤੰਤਰ ਦਿਹਾੜੇ ਨੂੰ ਲੈ ਕੇ ਦਿੱਲੀ ਪੁਲਿਸ ਕਾਫੀ ਸਰਗਰਮ ਹੋ ਗਈ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਅੱਤਵਾਦੀਆਂ ਦੇ ਪੋਸਟਰ ਜਗ੍ਹਾ ਜਗ੍ਹਾ ਚਿਪਕਾਏ ਗਏ ਨੇ ਅਤੇ ਪੁਲਿਸ ਵੱਲੋਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਗਣਤੰਤਰਤਾ ਦਿਹਾੜੇ ਤੇ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਦਹਿਸ਼ਤ ਦਾ ਕਾਲਾ ਸਾਇਆ ਇਸ ਗਣਤੰਤਰ ਦਿਹਾੜੇ ਤੇ ਨਾ ਪਵੇ, ਇਸ ਦੇ ਲਈ ਪੁਲਿਸ ਪਹਿਲਾਂ ਤੋਂ ਹੀ ਮੁਸਤੈਦ ਹੈ। ਰਾਜਧਾਨੀ ਦਿੱਲੀ ਦੇ ਵਿੱਚ ਪੁਲਿਸ ਨੇ ਕਈ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਪੋਸਟਰ ਥਾਂ ਤੇ ਲਾ ਦਿੱਤੇ ਨੇ। ਜੋ ਪੋਸਟਰ ਲਾਏ ਗਏ ਨੇ ਉਹਨਾਂ ਦੇ ਵਿੱਚ ਕੁਝ ਖਾਲਿਸਤਾਨ ਜਿੰਦਾਬਾਦ ਫੋਰਸ, KJF, KCF ਖਾਲਿਸਤਾਨ ਕਮਾਂਡੋ ਫੋਰਸ, KLF ਖਾਲਿਸਤਾਨ ਲਿਬਰੇਸ਼ਨ ਫੋਰਸ, BKI ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦਹਿਸ਼ਤਗਰਦਾਂ ਦੀਆਂ ਤਸਵੀਰਾਂ ਨੇ।
ਇਹ ਪੋਸਟਰ ਨਵੀਂ ਦਿੱਲੀ ਵਿੱਚ ਕਈ ਥਾਵਾਂ ਤੇ ਲਾਏ ਗਏ ਨੇ। ਇਹਨਾਂ ਦਹਿਸ਼ਤਗਰਦਾਂ ਦੀਆਂ ਤਸਵੀਰਾਂ ਦੇ ਨਾਲ ਉਹਨਾਂ ਦੇ ਬਾਰੇ ਜਾਣਕਾਰੀ ਦੇਣ ਵਾਲਿਆਂ ਦਾ ਨਾਮ ਅਤੇ ਉਸ ਨਾਲ ਸੰਬੰਧਿਤ ਜਾਣਕਾਰੀਆਂ ਨੂੰ ਗੁਪਤ ਰੱਖਿਆ ਜਾਵੇਗਾ। ਇਹ ਗੱਲ ਵੀ ਇਹਨਾਂ ਪੋਸਟਰਾਂ ਦੇ ਵਿੱਚ ਦੱਸੀ ਗਈ ਹੈ। ਦਿੱਲੀ ਪੁਲਿਸ ਦੀਆਂ तमाम PCR ਵੈਨਾਂ ਦੇ ਵਿੱਚ ਵੀ ਇਹ ਪੋਸਟਰ ਲਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕ ਸੁਚੇਤ ਹੋ ਸਕਣ। ਇਸ ਦੇ ਇਲਾਵਾ ਇੰਡੀਅਨ ਮੁਜਾਹਿਦੀਨ ਅਲ-ਕਾਇਦਾ ਦੇ ਦਹਿਸ਼ਤਗਰਦਾਂ ਦੇ ਪੋਸਟਰ ਵੀ ਥਾਂ-ਥਾਂ ਤੇ ਲਾ ਕੇ ਲੋਕਾਂ ਨੂੰ ਇਹਨਾਂ ਦਹਿਸ਼ਤਗਰਦਾਂ ਨੂੰ ਦੇਖਣ ਤੇ ਤੁਰੰਤ ਸੂਚਿਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਦਿੱਲੀ ਤੋਂ ਸ਼ੰਕਰ ਆਨੰਦ, ਨਿਊਜ਼ 18। ਤੇ ਕਿਸਾਨੀ ਅੰਦੋਲਨ ਵਿਚਾਲੇ ਪੰਜਾਬ 'ਚ ਹੁਣ ਪੰਚਾਇਤੀ ਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੀ ਮਾਹੌਲ ਗਰਮਾ ਗਿਆ ਹੈ। ਚੋਣਾਂ ਦੀ ਅਨਾਉਂਸਮੈਂਟ ਦੇ ਨਾਲ ਹੀ ਸਿਆਸੀ ਧਿਰਾਂ 'ਚ ਇਲਜ਼ਾਮ ਤਰਾਸ਼ੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ। ਕਿਸਾਨੀ ਅੰਦੋਲਨ ਦੇ ਵਿਚਾਲੇ ਫਰਵਰੀ ਮਹੀਨੇ ਦੇ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਸੂਬੇ ਦਾ ਮਾਹੌਲ ਗਰਮ ਹੈ। ਬੀਜੇਪੀ ਸੱਤਾਧਾਰੀ ਕਾਂਗਰਸ ਪਾਰਟੀ ਤੇ ਇਲਜ਼ਾਮ ਲਾ ਰਹੀ ਹੈ ਕਿ ਕਾਂਗਰਸ ਨੇ ਜਾਣਬੁੱਝ ਕੇ ਇਸ ਸਮੇਂ ਚੋਣਾਂ ਰੱਖੀਆਂ ਨੇ, ਕਿਉਂਕਿ ਇਸ ਵੇਲੇ ਕਿਸਾਨ ਅੰਦੋਲਨ ਕਰਕੇ ਮਾਹੌਲ ਭਖਿਆ ਹੋਇਆ ਹੈ। ਬੀਜੇਪੀ ਲੀਡਰ ਇਹ ਵੀ ਦਾਅਵਾ ਕਰਦੇ ਨੇ ਕਿ ਜੇਕਰ ਕਿਸਾਨ ਅੰਦੋਲਨ ਦੇ ਨਾਂ ਤੇ ਮਾਹੌਲ ਨਾ ਖਰਾਬ ਕੀਤਾ ਗਿਆ ਹੁੰਦਾ ਤਾਂ ਇਸ ਵੇਲੇ ਦੂਜੀਆਂ ਪਾਰਟੀਆਂ ਦੇ ਆਗੂ ਬੀਜੇਪੀ ਵਿੱਚ ਆਉਣ ਦੇ ਲਈ ਕਾਲੇ ਨਜ਼ਰ ਆਉਂਦੇ। ਫਾਰਮਰ ਐਜੀਟੇਸ਼ਨ ਦੇ ਪਰਛਾਵੇਂ ਦੇ ਬਿਨਾਂ ਹੁੰਦੀ ਹੈ। ਕਾਂਗਰਸ ਜਿਹੜੀ ਪਿਛਲੇ 4 ਸਾਲ 'ਚ ਪਹਿਲੇ ਵੀ ਗੁੰਡਾਗਰਦੀ ਕਰ ਚੁੱਕੀ ਹੈ, ਉਹਨਾਂ ਦੀ ਗੁੰਡਾਗਰਦੀ ਬਿਨਾਂ ਹੁੰਦੀ ਹੈ ਤਾਂ ਰਿਜ਼ਲਟ ਜਿਹੜੇ ਹੈ ਭਾਰਤੀ ਜਨਤਾ ਪਾਰਟੀ ਦੇ ਪੱਖ 'ਚ ਰਹਿਣਗੇ। ਕਾਂਗਰਸ ਐਮਪੀ ਰਵਨੀਤ ਬਿੱਟੂ ਨੇ ਆਪਣੇ ਅੰਦਾਜ਼ ਦੇ ਵਿੱਚ ਬੀਜੇਪੀ ਤੇ ਤੰਜ ਕੱਸਿਆ। ਬਿੱਟੂ ਨੇ ਕਿਹਾ ਕਿ ਸੂਬਾ ਸਰਕਾਰ ਪੂਰੀ ਕੋਸ਼ਿਸ਼ ਕਰੇਗੀ ਕਿ ਸ਼ਾਂਤੀ ਦੇ ਨਾਲ ਚੋਣਾਂ ਕਰਵਾਈਆਂ ਜਾਣ, ਪਰ ਇਸ ਵਕਤ ਜੋ ਕਿਸਾਨੀ ਅੰਦੋਲਨ ਨੂੰ ਲੈ ਕੇ ਮਾਹੌਲ ਬਣਿਆ ਹੈ, ਅਜਿਹੇ ਦੇ ਵਿੱਚ ਬੀਜੇਪੀ ਦੇ ਉਮੀਦਵਾਰਾਂ ਦੇ ਲਈ ਪ੍ਰਚਾਰ ਕਰਨਾ ਵੀ ਮੁਸ਼ਕਲ ਹੋਵੇਗਾ। ਮੈਂ ਨਹੀਂ ਸਮਝਦਾ ਕੋਈ ਅਕਾਲੀ ਦਲ ਜਾਂ ਬੀਜੇਪੀ ਜਾਂ ਆਮ ਆਦਮੀ ਕਿਤੇ ਸਟੈਂਡ ਵੀ ਕਰਦੇ ਆ, ਕਿਤੇ ਖੜਦੇ ਵੀ ਨੇ। ਅਕਾਲੀ ਦਲ ਨੇ ਵੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਤਿਆਰੀ ਵਿੱਢ ਦਿੱਤੀ ਹੈ। ਸੁਖਬੀਰ ਬਾਦਲ ਖੁਦ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਰਹੇ ਨੇ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਵੱਡੀ ਧਿਰ ਬਣ ਕੇ ਉੱਭਰੇਗਾ ਅਤੇ ਕਾਂਗਰਸ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਹਰ ਜਗ੍ਹਾ ਤੇ ਇਲੈਕਸ਼ਨ ਲੜ ਰਿਹਾ, ਸਿੰਬਲ ਤੇ ਲੜ ਰਿਹਾ ਤੇ ਜਿਵੇਂ ਜਾਇਜ਼ਾ ਰਿਸਪੌਂਸ ਮਿਲ ਰਿਹਾ ਹੈ। ਲੋਕੀ ਕੈਪਟਨ ਸਰਕਾਰ ਤੋਂ ਦੁਖੀ ਹੈ। 14 ਫਰਵਰੀ ਨੂੰ ਨਗਰ ਨਿਗਮ ਚੋਣਾਂ ਦੇ ਲਈ ਵੋਟਾਂ ਹੋਣਗੀਆਂ। 17 ਫਰਵਰੀ ਨੂੰ ਨਤੀਜੇ ਆਉਣਗੇ। ਚੋਣਾਂ ਲਗਭਗ ਆਪਣੇ ਤੈਅ ਸਮੇਂ ਤੇ ਹੋ ਰਹੀਆਂ ਨੇ, ਪਰ ਕਿਸਾਨ ਅੰਦੋਲਨ ਦੇ ਵਿਚਾਲੇ ਹੋ ਰਹੀਆਂ ਇਹਨਾਂ ਚੋਣਾਂ ਨੂੰ ਲੈ ਕੇ ਬੀਜੇਪੀ ਕਈ ਤਰ੍ਹਾਂ ਦੇ ਸਵਾਲ ਉਠਾ ਰਹੀ ਹੈ। ਬਿਊਰੋ ਰਿਪੋਰਟ, ਨਿਊਜ਼ 18। ਤੇ ਉਧਰ ਚੋਣਾਂ ਦੇ ਇਸ ਗਰਮਾਹਟ ਭਰੇ ਮਾਹੌਲ 'ਚ ਮੋਹਾਲੀ 'ਚ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਬਗਾਵਤ ਦੇਖਣ ਨੂੰ ਮਿਲੀ, ਜਦੋਂ 28 ਅਕਾਲੀ ਲੀਡਰਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਕੱਢਣ ਤੇ ਰੋਸ ਵਜੋਂ ਇਹਨਾਂ ਆਗੂਆਂ ਨੇ ਪਾਰਟੀ ਛੱਡ ਦਿੱਤੀ। ਅਕਾਲੀ ਦਲ ਨੇ ਕੱਲ ਕੁਲਵੰਤ ਸਿੰਘ ਨੂੰ ਦਰਅਸਲ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਇਆ ਸੀ ਔਰ ਪਾਰਟੀ ਵਿਰੋਧੀ ਗਤੀਵਿਧੀਆਂ ਸ਼ਾਮਲ ਹੋਣ ਦੇ ਇਲਜ਼ਾਮ ਲਾ ਕੇ ਕੁਲਵੰਤ ਸਿੰਘ ਨੂੰ ਪਾਰਟੀ ਤੋਂ ਕੱਢਿਆ ਗਿਆ, ਜਿਸ ਤੋਂ ਬਾਅਦ ਅੱਜ 28 ਅਕਾਲੀ ਲੀਡਰਾਂ ਨੇ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਨੂੰ ਭੇਜ ਦਿੱਤਾ। ਸਾਡੀ ਪਾਰਟੀ ਦੇ ਵਿੱਚ ਕੁਝ ਲੋਕ ਜੋ ਪਾਰਟੀ ਚੋਣ ਨਿਸ਼ਾਨ ਤੇ ਚੋਣ ਨਹੀਂ ਸੀ ਲੜਨਾ ਚਾਹੁੰਦੇ, ਪਰ ਪਾਰਟੀ ਦੇ ਅਹੁਦੇਦਾਰ ਤੇ ਪਾਰਟੀ ਦੀ ਰਾਜ ਸ਼ਕਤੀ ਸਮੇਂ ਰਾਜ ਭਾਗ ਦਾ ਆਨੰਦ ਹੰਢਾਉਂਦੇ ਰਹੇ। ਉਹਨਾਂ ਨੂੰ ਕਿਸੇ ਵੀ ਕੀਮਤ ਤੇ ਤਕੜੀ ਚੋਣ ਨਿਸ਼ਾਨ ਤੋਂ ਬਾਹਰ ਜਾ ਕੇ ਚੋਣ ਲੜਨ ਦੀ ਆਗਿਆ ਨਹੀਂ ਸੀ ਦਿੱਤੀ ਜਾ ਸਕਦੀ। ਪਰ ਜਿਹੜੇ ਲੋਕ ਇਸ ਦੇ ਬਾਵਜੂਦ ਵੀ ਚੋਣ ਦੇ ਵਿੱਚ ਤਕੜੀ ਤੋਂ ਛੱਡ ਕੇ ਅਲੱਗ ਹੋ ਕੇ ਚੋਣ ਨਿਸ਼ਾਨ ਲੈਣਾ ਚਾਹੁੰਦੇ ਸੀ, ਉਹਨਾਂ ਨੂੰ ਫਿਰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਾ।
ਤੇ ਗੱਲ ਕਰੋਨਾ ਦੀ। ਕਰੋਨਾ ਵੈਕਸੀਨੇਸ਼ਨ ਦੇ ਪਹਿਲੇ ਦਿਨ ਦੇਸ਼ ਭਰ 'ਚ ਕਰੀਬ 2 ਲੱਖ ਫਰੰਟਲਾਈਨ ਵਰਕਰਾਂ ਨੇ ਵੈਕਸੀਨ ਲਗਵਾਈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਵੈਕਸੀਨ ਦੇ ਕੋਈ ਸਾਈਡ ਇਫੈਕਟ ਨਜ਼ਰ ਨਹੀਂ ਆ ਰਹੇ। ਚੰਡੀਗੜ੍ਹ 'ਚ ਵੈਕਸੀਨ ਲਗਵਾਉਣ ਵਾਲੇ ਫਰੰਟਲਾਈਨ ਵਰਕਰ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ मनोज राठी ने। गलबात तुहानूं सुणाउंदे हां। कोरोना वैक्सीन की पहली डोज लग चुकी है। आज दूसरा दिन है। जो बेनिफिशरीज हैं, हमने कोशिश करी उनसे जानने की कि किस तरह हैं, वो स्वस्थ हैं या किसी भी तरह की कोई दिक्कत या कोई परेशानी उनको आई है। हालांकि जितने भी जो लोग मिले हैं, जिन्होंने बेनिफिशरीज हैं, उनसे हमारी बातचीत हुई है। अभी तक जो जानकारी मिली है कि सभी स्वस्थ हैं। हमारे साथ जो पहले बेनिफिशरी हैं अरुण कुमार, जो सेक्टर 16 में सफाई कर्मचारी हैं और कोरोना के टाइम में जिन्होंने फ्रंटलाइन वर्कर बनकर काम किया है, कोरोना टाइम में किस सिचुएशन में उन्होंने काम किया है और उनको कल पहला टीका लगा था, उनसे कल भी बातचीत हुई थी। उसके बाद अब उनका क्या हाल है, कैसे हैं, उनकी तबीयत कैसी है, आज उनके घर हम पहुंचे हैं। अरुण, आज सेकंड डे है वैक्सीन का, पहला टीका आपको ही लगा था, पहले बेनिफिशियरी आप ही थे। अब ये पहले बताइए कि किस तरह से महसूस कर रहे हैं, सब ठीक है? हाँ जी, सब ठीक है। जैसे पहले था अभी भी वैसे ही हूँ। मतलब कि जैसे बोल रहे थे कुछ ऐसा साइड इफेक्ट हो जाएगा, तो ऐसा कुछ नहीं हुआ है मेरे को। अच्छा, हाँ, बिल्कुल परफेक्ट हूँ। परफेक्ट हो? हाँ जी। तो कल जब आपके इंजेक्शन लगा था, हालांकि 30 मिनट का ऑब्जर्वेशन में रखा गया था आपको, ऑब्जर्वेशन, कल की टाइम में किसी हल्का सा बुखार या किसी भी तरह की कोई प्रॉब्लम आई हो कल में? नहीं, ऐसा कुछ नहीं हुआ है। जब मेरे को वैक्सीन इस लेफ्ट साइड पे लगी ना, बाजू पे, तो मेरे पास डॉक्टर बैठ गए थे आगे। तो वो पूछते रहे, अरुण ठीक है, थोड़ा सा पानी पीना है? मैं कह नहीं, मैगजीन पढ़नी है, पढ़ लो, मतलब थोड़ा हिलते झुलते रहो, मतलब कुछ माइंड में नहीं रखना है। मतलब कि फिर मैं फिट था। मतलब कि आधे घंटे बाद मेरे को पूछा अब फिट है पूरे? तो मैंने बोला मैं कि हाँ पूरा परफेक्ट हूँ। तो मेरे को बाहर ले आए थे, मतलब वार्ड से। कितने डोज लगी थी, कुछ है आपको आइडिया? जब आपको लगाया गया कितने ml वगैरह जो है इंजेक्शन का जो लगता है, कुछ वो कितना लगा था आपको? सर इसमें तो मैंने ध्यान नहीं किया है। थोड़ा सा मेरा फेस इधर को घुमा दिया था। हाँ जी। पहला इंजेक्शन आपको लगा, लोगों में डर का माहौल जरूर था। घर में क्या सिचुएशन थी? सर घर में ऐसा था, मम्मी को बोला मैंने, दादी को बोला, जो ब्रदर है बड़े, उनसे बात करी मैंने एक दिन पहले। तो वो बोलते रहने दे, रिस्क है, जो अखवा है, जो बोल रहे थे लोग कि भी ऐसा हो जाएगा वैसा हो जाएगा। तो मेरे को पता लगा कि मेरे साथ साथ मेरे स्टाफ के भी लगवा रहे हैं, जो नर्स हैं, डॉक्टर्स हैं, सिक्योरिटी में हैं, सिक्योरिटी इंचार्ज है जो, उन्होंने भी लगवाए हैं। तो मेरे को पता लगा, फिर मैंने घर में बात करी, मैं क्या सब लगवा रहे हैं, अकेला तो हूँ नहीं मैं। तो फिर घर में भी सपोर्ट करी, सर ने भी सपोर्ट करी वहाँ पे ड्यूटी पे, जिनके पास मेरी ड्यूटी है, हुड्डा सर हैं, उन्होंने भी सपोर्ट करी मेरे को कि भी कोई दिक्कत नहीं है, हम तुम्हारे साथ ही हैं। मतलब तो बिल्कुल आज दूसरा दिन है जिनको कोरोना वैक्सीन लगी थी, जो बेनिफिशरीज हैं, कल भी इनसे बात हुई थी और सबसे बड़ी बात यह है कि बिल्कुल वो स्वस्थ हैं किसी भी तरह से। हालांकि सोशल मीडिया पे जिस तरह से अफवाहें थी, लगातार डॉक्टर्स की टीम और जो IT टीम है लगातार अवेयरनेस की भी बात कर रही है कि लोगों में डर ना हो, क्योंकि लोग आगे आकर इस वैक्सीन को, जो वैक्सीनेशन है वो करवाएं। हालांकि अब आपके सामने हैं जो बेनिफिशरीज हैं, उनके परिवार वाले हैं। ये जो कोरोना का टाइम पिछले साल अगर देखा गया, अब एक ये टाइम आया है कि वैक्सीन जो है इसकी बन चुकी है, वैक्सीनेशन शुरू हो चुका है और जो प्रोसेस है गवर्नमेंट ऑफ इंडिया का, मिनिस्ट्री का, उसको पूरी तरीके से करके अब ये इंजेक्शन जो हैं वो शुरू कर दिए गए। चंडीगढ़ से कैमरामैन राजेंद्र कुमार के साथ मनोज राठी, न्यूज़ 18 पंजाब। एक छोटा कमर्शियल ब्रेक, जल्द वापस आने। तस्वीरां दिखाਉਂਦੇ ਹਾਂ ਜਿਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਕਿਵੇਂ ਕਿਸੇ ਦੀ ਇਨਸਾਨੀਅਤ ਮਰ ਜਾਂਦੀ ਹੈ। ਮੋਗਾ ਤੋਂ ਅਜਿਹੀਆਂ CCTV ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤੁਹਾਨੂੰ ਅੰਦਰ ਤੱਕ ਝੰਜੋੜ ਦੇਣਗੀਆਂ। ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਕਿਉਂ ਇਨਸਾਨ ਕਈ ਵਾਰ ਜਾਨਵਰ ਬਣ ਜਾਂਦਾ ਹੈ। ਦਰਅਸਲ ਮੋਗਾ 'ਚ ਇੱਕ ਕੁੱਤੇ ਦੇ ਛੋਟੇ ਜਿਹੇ ਬੱਚੇ ਨੂੰ 2 ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਸਵੀਰਾਂ 'ਚ 2 ਸ਼ਖਸ ਦਿਖਾਈ ਦੇ ਰਹੇ ਨੇ ਜੋ ਸਥਾਨਕ ਗੁਰਦੁਆਰੇ ਦੇ ਪ੍ਰਬੰਧਕ ਦੱਸੇ ਜਾ ਰਹੇ ਨੇ, ਜਿਨ੍ਹਾਂ ਨੇ ਇੱਕ ਬੇਜ਼ੁਬਾਨ ਜਾਨਵਰ ਨੂੰ ਡੰਡਿਆਂ ਨਾਲ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹਾਲਾਂਕਿ ਪੁਲਿਸ ਨੇ ਜਾਣਕਾਰੀ ਮਿਲਣ ਤੋਂ ਬਾਅਦ ਦੋਵਾਂ ਮੁਲਾਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਤਾਂ ਕਰ ਲਿਆ, ਪਰ ਕੁਝ ਦੇਰ ਬਾਅਦ ਦੋਵਾਂ ਨੂੰ ਜ਼ਮਾਨਤ ਤੇ ਰਿਹਾ ਵੀ ਕਰ ਦਿੱਤਾ ਗਿਆ। ਪਰ ਇਹ ਤਸਵੀਰਾਂ ਇੱਕ ਮਰੀ ਹੋਈ ਇਨਸਾਨੀਅਤ ਦੀ ਗਵਾਹੀ ਜ਼ਰੂਰ ਭਰਦੀਆਂ ਨੇ। ਪਹਿਲਾਂ ਇੱਕ ਵਿਅਕਤੀ उस बेजुबान दे डंडा मारदा है, वो डिग जाता है, फिर दूसरा डंडा मारदा है तो दूसरे डंडे नाल वो मर जाता है। सो ये तस्वीरां बहुत ही बेदर्दी भरी एक घटना दी गवाही भरदियां ने।
ਭਾਰਤੀ ਅਰਥ ਵਿਵਸਥਾ ਦੇ ਲਈ ਆਤਮ ਨਿਰਭਰ ਭਾਰਤ ਅਭਿਆਨ ਦਾ ਆਉਣਾ ਕਾਫੀ ਮਹੱਤਵਪੂਰਨ ਹੈ। ਇਸ ਅਭਿਆਨ ਤਹਿਤ ਸਮੁੱਚੇ ਭਾਰਤੀਆਂ ਨੂੰ ਆਤਮ ਨਿਰਭਰ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਨੈਟਵਰਕ 18 ਦੀ ਪਹਿਲ ਸਵਾਭਿਮਾਨ ਭਾਰਤ ਜੋ ITC ਦੁਆਰਾ ਪੇਸ਼ ਕੀਤੀ ਜਾ ਰਹੀ ਹੈ ਤੁਹਾਨੂੰ ਦੇਸ਼ ਭਰ ਦੀਆਂ ਅਜਿਹੀਆਂ ਕਹਾਣੀਆਂ ਤੋਂ ਜਾਣੂ ਕਰਵਾਏਗੀ ਤੇ ਇਹ ਦੱਸੇਗੀ ਕਿ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਭਾਰਤੀ ਆਪਣੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਕਰ ਲੈਂਦੇ ਨੇ। ਇਨੋਵੇਸ਼ਨ ਤੇ ਉਪਲਬਧੀਆਂ ਦੀਆਂ ਕਹਾਣੀਆਂ ਜੋ ਭਾਰਤ ਦੇ ਸੰਪੂਰਨ ਰਾਸ਼ਟਰ ਹੋਣ ਦੀ ਪਰਿਭਾਸ਼ਾ ਬਿਆਨ ਕਰਦੀਆਂ ਨੇ। ਅਜਿਹੀ ਇੱਕ ਕਹਾਣੀ ਹੈ ਕਸ਼ਮੀਰ ਦੇ ਇੱਕ MBA ਵਿਦਿਆਰਥੀ ਦੇ ਆਨਲਾਈਨ ਸੇਬ ਵੇਚਣ ਦੀ। ਰਿਪੋਰਟ ਦਿਖਾਉਂਦੇ ਹਾਂ। कश्मीरी सेब दुनिया भर में मशहूर है, लेकिन महामारी की वजह से इस साल सेब के बागानों पर गहरा असर पड़ा है। शोपियान के MBA ग्रेजुएट अदनान अली खान ने इससे निपटने के लिए एक नायाब तरीका ढूंढ निकाला है। उसने सेबों की मार्केटिंग के लिए डिजिटल रूट अपनाया है। मेरा विजन और मिशन यही है कि हर फार्मर के पास एक ऐप हो और जो भी उसका माल हो जैसे भी हो वो उसको पैक करे, ब्रांड करे, मोबाइल से इसको सेंड करे, मैसेज करे, उसका शिपिंग कंपनी घर आनी चाहिए, पिक करनी चाहिए, उसके अकाउंट में पैसा आना चाहिए। ये मेरा विजन है। अदनान ने देश और विदेश में कुल मिलाकर अब तक 10,000 से ज्यादा के ऑर्डर डिलीवर किए हैं और उसे इस काम के लिए कश्मीर के लेफ्टिनेंट गवर्नर से अप्रिसिएशन सर्टिफिकेट भी मिला है। वो इस समय कश्मीरी प्रोडक्ट्स के वैल्यू एडिशन में PhD कर रहे हैं। अप्रोक्सीमेटली हमारा जो ओवरऑल जो मेरा अपना प्रोडक्शन है 3,000-5,000 पेटी तकरीबन हमारा है। तो उसमें हमने यही किया कि इनोवेशन किया कि इसको हम 6 पैक, 4 पैक, 3 पैक, सिंगल पैक एप्पल में हम इसको पैक करें और लोगों तक पहुंचाएं। जॉब सीकर से लेकर एम्प्लॉयमेंट जनरेटर तक अदनान स्वाभिमान के रास्ते आगे बढ़ रहे हैं। ਤੇ ਭਾਰਤ ਤੋਂ ਅਜਿਹੀਆਂ ਹੀ ਹੋਰ ਸਫਲਤਾ ਦੀਆਂ ਕਹਾਣੀਆਂ ਦੇਖਣ ਦੇ ਲਈ ਬਣੇ ਰਹੋ ਨੈਟਵਰਕ 18 ਦੀ ਖਾਸ ਪਹਿਲ ITC ਪ੍ਰੈਜ਼ੈਂਟ ਸਵਾਭਿਮਾਨ ਭਾਰਤ ਦੇ ਨਾਲ। ਤੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ।